तकरीबन 1.5 साल लॉकडाउन नूं जे आपां गिणीए तां इंडिया दे विच हो गया, पंजाब दे विच इक्को गल है। लॉकडाउन दे विच डिफरेंट इंडस्ट्रीज़ दे लई डिफरेंट लॉज ते एडवाइजरीज़ जिहड़ियां गौरमेंट वल्लों वख-वख समय दे उत्ते इशू कीतियां गईयां सी। एक इंडस्ट्री इहदे विच है, जे आपां गल करिए होटल, रेस्टोरेंट्स, बैंकट हाल्स, मैरिज पैलेसिस, इन्हां दे विच जिहड़ा क्राउड सी जां जे आपां कहिए गैसट दी जिहड़ी संख्या सीगी जां नंबर ऑफ गैसट सीगे वो रिस्ट्रिक्टेड कर दित्ते सी गौरमेंट वल्लों। विचाले जे बिल्कुल बंद हो गया। पंजाब लैविश मैरिजिस दे लई जाणिया जांदा है, भावें लਹਿੰਦਾ पंजाब होवे भावें चढ़दा पंजाब होवे। इत्थों दा ट्रेंड दिल्ली ते होरां ते भी चला गया। सो दिल्ली भी पंजाबियों की जे आपां आखीए कि उत्थे ज़्यादा आबादी है। पंजाब दे विच जेकर गल करिए इस वक्त कोई 3000 के करीब रिजॉर्ट्स मैरिज पैलेसिस ने, 15000 के करीब होटल्स ने, तो कोई 2500-3000 के करीब लिकर बार्स जिहड़ियां हार्ड लिकर ते बीयर वगैरह सर्व करदी। 1.5 साल दे विच जेकर अंदाज़ा लाइए रेस्टोरेंट्स एंड बार्स तां बिल्कुल ही नहीं चले, तो जिहड़े मैरिजिस पैलेसिस ने वो भी जेकर आपां गल करिए कोई एक अद्धा विआह होया होवे तां होया है। हुण इन्हां नूं इजाजत तो दे दी गई है, पर नंबर ऑफ गैसट फिर भी रिस्ट्रिक्टेड ने। मेरे नाल होटल इंडस्ट्री दे, रेस्टोरेंट इंडस्ट्री दे कुछ जिहड़े ने मालक ने, जिहड़े इस नूं रन करदे ने, उन्हां दीयां प्रॉब्लम्स डिस्कस करदे हैं। सब तो पहलां तां मैं इत्थे गलबात करदे हैं साडे सत श्री अकाल जी। सत श्री अकाल जी। सतीश अरोड़ा जी। सतीश अरोड़ा जी, सब तो पहलां आपां गल करिए ਤਾਂ ਰੈਸਟੋਰੈਂਟ ਜਾਂ ਮੈਰਿਜਸ ਪੈਲੇਸਿਸ ਨੇ, ਕਿਉਂਕਿ ਕਈ ਫਿਕਸ ਖਰਚੇ ਹੁੰਦੇ ਨੇ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਅਵੋਇਡ ਨਹੀਂ ਕਰ ਸਕਦੇ। ਪਿਛਲੇ 1.5 ਸਾਲ ਦੇ ਅਰਸੇ ਦੇ ਵਿੱਚ ਕਿਹੜੀਆਂ ਜਿਹੜੇ ਖਰਚੇ ਨੇ ਜਿਨ੍ਹਾਂ ਤੋਂ ਤੁਸੀਂ ਜਿਹੜਾ 2-4 ਬਣਾ ਲਿਆ? ਦੇਖੋ, ਜਿਹੜੀ ਹੋਟਲ ਇੰਡਸਟਰੀ ਹੈਗੀ ਇੱਕ ਐਸੀ ਇੰਡਸਟਰੀ ਹੈ ਜਿਹੜੀ ਮੈਕਸਿਮਮ ਇੰਪਲਾਇਮੈਂਟ ਕ੍ਰੀਏਟ ਕਰਦੀ ਹੈ, ਅਤੇ ਕਿਸੇ ਵੀ ਕੰਟਰੀ ਦੀ ਡਿਵੈਲਪਮੈਂਟ ਜਿਹੜੀ ਹੈ ਫੋਰਨ ਕਰੰਸੀ ਤੋਂ ਬਿਨਾਂ ਸਰਵਾਈਵਲ ਨਹੀਂ ਹੈ। ਅਸੀਂ ਜਿਹੜੀ ਫੋਰਨ ਕਰੰਸੀ ਵੀ ਹੈ ਸਭ ਤੋਂ ਜ਼ਿਆਦਾ ਅਸੀਂ ਕ੍ਰੀਏਟ ਕਰ ਰਹੇ ਹਾਂ, ਟੂਰਿਜ਼ਮ ਨੂੰ ਪ੍ਰਮੋਟ ਕਰ ਰਹੇ ਹਾਂ। ਹਮੇਸ਼ਾ ਅਸੀਂ ਸਰਕਾਰ ਨਾਲ ਮਿਲ ਕੇ ਚੱਲਦੇ ਰਹੇ ਹੈਗੇ ਹਾਂ। ਬਟ ਜਿਹੜਾ ਇਹ ਹੁਣ ਜਿਹੜਾ ਸਪੈਨ ਆਇਆ, ਕਰੋਨਾ ਦਾ ਜਿਹੜਾ ਸਪੈਨ ਆਇਆ, ਉਹਦਾ 1947 ਤੋਂ ਬਾਅਦ ਜਿਹੜਾ ਇੱਕ ਸੈੱਟਬੈਕ ਲੱਗਿਆ, ਅਸੀਂ ਐਡਾ ਵੱਡਾ ਸੈੱਟਬੈਕ ਨਹੀਂ ਦੇਖਿਆ ਜਿਹਦਾ ਸਾਨੂੰ ਜਿਹੜੀ ਵੱਡੇ ਇਨਫਰਾਸਟਰਕਚਰ ਸੀ ਜਦੋਂ ਇਹ ਬੰਦ ਹੋਏ, ਬੰਦ ਹੋਣੇ ਵੀ ਸਾਡੇ ਵਾਸਤੇ ਕਰਨੇ ਵਾਸਤੇ ਬਹੁਤ ਮੁਸ਼ਕਿਲ ਸੀਗੇ, ਅਤੇ ਉਸ ਤੋਂ ਮੁਸ਼ਕਿਲ ਸਾਡੇ ਵਾਸਤੇ ਚਲਾਣੇ ਸੀ, ਕਿਉਂਕਿ ਜਿਵੇਂ ਵੱਡਾ ਇਨਫਰਾਸਟਰਕਚਰ ਸੀਗਾ ਉੱਡੇ ਵੱਡੇ ਸਾਡੇ ਨਾਲ ਇੰਪਲਾਈ ਜੁੜੇ ਸੀਗੇ। ਸੋ ਉਹਨਾਂ ਦਾ ਵੀ ਖਿਆਲ ਰੱਖਣਾ ਸੀਗਾ, ਇੱਕਦਮ ਅਸੀਂ ਉਹਨਾਂ ਨੂੰ ਨਹੀਂ ਨਿਕਾਲ ਸਕਦੇ ਸੀਗੇ। ਸੋ ਕਰੋਨਾ ਨਾਲ ਤਾਂ ਸ਼ਾਇਦ ਅਸੀਂ ਲੜ ਕੇ ਬਚ ਗਏ, ਪਰ ਕਿਤੇ ਨਾ ਕਿਤੇ ਜਿਹੜੇ ਗੌਰਮੈਂਟ ਦੀਆਂ ਪਾਲਿਸੀਆਂ ਸੀਗੀਆਂ ਉਹ ਤੋਂ ਸਾਨੂੰ ਬਚਣਾ ਬੜਾ ਮੁਸ਼ਕਿਲ ਸੀਗਾ। ਜਿੱਥੋਂ ਅਸੀਂ ਗੱਲ ਕਰਦੇ ਹਾਂ ਤੁਸੀਂ ਫਿਕਸ ਐਕਸਪੈਂਡੀਚਰ ਦੀ, ਸਭ ਤੋਂ ਵੱਡਾ ਤਾਂ ਸਾਡਾ ਜਿਹੜਾ ਪਾਵਰ ਟੈਰਿਫ ਦਾ ਸੀਗਾ, ਸਾਡੇ ਜਿਹੜੇ ਲੋਡ ਸੀ ਵੱਡੇ ਲੋਡ ਸੀਗੇ, ਉਹਦੇ 'ਚ ਇਹਨਾਂ ਨੇ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਵੀ ਜਿੰਨੀ ਅਸੀਂ ਐਕਚੁਅਲ ਕੰਜ਼ੰਪਸ਼ਨ ਕੀਤੀ ਹੈਗੀ ਹੈ ਉਹਦੀ ਸਾਡੇ ਤੋਂ ਪੇਮੈਂਟ ਲਿੱਤੀ ਜਾਵੇ। ਬਟ ਗੌਰਮੈਂਟ ਨੇ ਇਸ ਚੀਜ਼ ਨੂੰ ਰਿਫਿਊਜ਼ ਕੀਤਾ। ਸਾਡੇ ਜਿਹੜੇ ਮਿਨੀਮਮ ਚਾਰਜਿਸ ਸੀ ਪਾਵਰ ਦੇ, ਵਾਟਰ ਦੇ, ਸੈਨੀਟੇਸ਼ਨ ਦੇ, ਪ੍ਰੋਪਰਟੀ ਟੈਕਸ ਦੇ, ਹਰ ਤਰ੍ਹਾਂ ਦੇ ਸਾਡੇ 'ਤੇ ਇਹਨਾਂ ਨੇ ਚਾਰਜਿਸ ਪਾਏ, ਉਹ ਸਾਨੂੰ ਕੋਈ ਰਿਲੀਫ ਨਹੀਂ ਦਿੱਤਾ। ਉਹਦਾ ਸਭ ਤੋਂ ਵੱਡੀ ਮਾਰ ਤਾਂ ਇੱਕ ਇਹਦੇ ਇਹਨਾਂ ਨੇ ਕੀਤਾ ਜਦੋਂ ਹੋਟਲ ਇੰਡਸਟਰੀ ਪੂਰੀ ਤਰ੍ਹਾਂ ਬੰਦ ਪਈ ਸੀਗੀ। ਮਤਲਬ ਬੰਦ ਪਈ ਤੇ ਵੀ ਸਾਡੇ 'ਤੇ ਜਿੰਨੇ ਵੀ ਡਿਪਾਰਟਮੈਂਟ ਸੀ ਸਾਡੇ 'ਤੇ ਪ੍ਰੈਸ਼ਰ ਮਾਊਂਟ ਕੀਤਾ, ਸਾਡੇ ਉੱਪਰ ਡੰਡਾ ਘੁਮਾਇਆ ਗਿਆ। ਅਸੀਂ ਇਹਨਾਂ ਨੂੰ ਕਹਿ ਰਹੇ ਸੀ ਵੀ ਹੋਟਲ ਇੰਡਸਟਰੀ ਨੂੰ ਤੁਸੀਂ ਖੁੱਲ੍ਹਣ ਤਾਂ ਦਿਓ, ਚੱਲਣ ਤਾਂ ਦਿਓ, ਅਸੀਂ ਸਾਰੇ ਪੈਸੇ ਭਰ ਦਾਂਗੇ। ਬਟ ਨਹੀਂ, ਕਿਤੇ ਨਾ ਕਿਤੇ ਸਾਡੇ 'ਤੇ ਇਹ ਪ੍ਰੈਸ਼ਰ ਹੀ ਪਾਉਂਦੇ ਰਹੇ। ਸਾਡੇ 'ਤੇ ਆ ਕੇ ਹਰ ਚੀਜ਼ ਦਾ ਸਾਡੇ 'ਤੇ ਪ੍ਰੈਸ਼ਰ ਪਾਇਆ, ਸਾਨੂੰ ਇੰਨਾ ਇਹਨਾਂ ਨੇ ਅਪਸੈਟ ਕਰਤਾ, ਉਹਦੇ ਨਾਲ ਸਾਡੀ ਹੋਟਲ ਇੰਡਸਟਰੀ ਕਾਫੀ ਬੰਦ ਹੋਣੀ ਸ਼ੁਰੂ ਹੋ ਗਈ। ਅੱਜ ਵੀ ਸਾਡੀ ਜਿਹੜੀ ਉਸੇ ਕਰਕੇ ਸਿਰਫ ਗੌਰਮੈਂਟ ਦੀਆਂ ਪਾਲਿਸੀਆਂ ਕਰਕੇ 40% ਹੋਟਲ ਇੰਡਸਟਰੀ ਜਿਹੜੀ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈਗੀ ਹੈ। ਅੱਛਾ ਅਰੋੜਾ ਸਾਹਿਬ, ਤੁਸੀਂ ਗੱਲ ਕੀਤੀ ਫਿਕਸਡ ਐਕਸਪੈਂਡੀਚਰ ਦੇ ਵਿੱਚ ਸਭ ਤੋਂ ਵੱਧ ਜਿਹੜਾ ਪਾਵਰ ਦਾ ਜਿਹੜਾ ਬਿਜਲੀ ਦਾ ਖਰਚਾ ਸੀਗਾ ਉਹ ਸੀਗਾ। ਬਿਜਲੀ ਦਾ ਆਮ ਤੌਰ ਦੇ ਉੱਤੇ ਅਕਸਰ ਗੱਲਾਂ ਕਰਦੇ ਆ ਕਿ ਜਿੰਨੇ ਘਰਾਂ ਦੇ ਵਿੱਚ ਵੀ ਸਾਨੂੰ ਮਿਨੀਮਮ ਚਾਰਜਿਸ ਜਿਹੜੇ ਆਉਂਦੇ ਨੇ, ਪਹਿਲਾਂ ਤਾਂ ਇਹ ਸੀਗਾ ਵੀ ਤੁਸੀਂ ਮਿਨੀਮਮ ਚਾਰਜਿਸ ਭਰੋਗੇ ਤਾਂ ਉਨੇ ਪੈਸਿਆਂ ਦੇ ਯੂਨਿਟ ਤੁਸੀਂ ਕੰਜ਼ਿਊਮ ਕਰ ਸਕਦੇ ਹੋ। ਹੁਣ ਕੀ ਸਥਿਤੀ ਹੈਗੀ ਹੈ ਜਿਹੜੇ ਤੁਸੀਂ ਘੱਟੋ ਘੱਟ ਜਾਂ ਆਪਾਂ ਆਖੀਏ ਕਿ ਘੱਟੋ ਘੱਟ ਖਰਚੇ ਜਿਹੜੇ ਨੇ ਅਕਸਰ ਇੱਕ ਐਵਰੇਜ ਜੇ ਮਿਡਲ ਹੋਟਲ ਕਰੀਏ 10-20 ਕਮਰੇ ਵਾਲਾ ਜਾਂ ਇੱਕ ਰਿਜ਼ੋਰਟ ਜਿਹੜਾ 1.5-2 ਕਿੱਲੇ ਵਾਲਾ ਹੈਗਾ ਤਾਂ ਕਿੰਨੇ ਕੁ ਨੂੰ ਖਰਚੇ ਆ?
ਦੇਖੋ ਕੋਈ ਵੀ ਛੋਟੇ ਤੋਂ ਛੋਟਾ ਹੋਟਲ ਹੈਗਾ ਉਹਦਾ 50 ਕਿਲੋਵਾਟ ਦਾ ਲੋਡ ਦਾ ਹੋਏਗਾ 50 ਕਿਲੋ ਤੋਂ ਲੈ ਕੇ 1000 ਕਿਲੋਵਾਟ ਤੱਕ ਦੇ ਲੋਡ ਹੁੰਦੇ ਆ ਉਸ 'ਚ ਜੀ। ਪਹਿਲਾਂ ਸਾਨੂੰ ਜਿਹੜਾ 50 ਕਿਲੋਵਾਟ ਦਾ ਹੈਗਾ ਉਹ ਜੇ ਉਹਦਾ ਮਿਨੀਮਮ ਬਿੱਲ ਆਉਂਦਾ ਸੀਗਾ, ਜੇ 10,000 ਰੁਪਏ ਦਾ ਬਿੱਲ ਆਉਂਦਾ ਤਾਂ ਉਨੀ ਉਹ ਬਿਜਲੀ ਕੰਜ਼ਿਊਮ ਕਰ ਸਕਦਾ ਜੀ। ਬਟ ਹੁਣ ਗਵਰਨਮੈਂਟ ਨੇ ਪਾਲਿਸੀਆਂ ਚੇਂਜ ਕਰਤੀਆਂ ਹੈਗੀਆਂ, ਉਹਦੇ 'ਚ ਉਹਨਾਂ ਨੇ ਇੱਕ ਐਕਸਪੈਂਡੀਚਰ ਐਸੇ ਫਿਕਸ ਕਰਤੇ ਹੈਗੇ ਵੀ ਉਹ ਤਾਂ ਤੁਹਾਨੂੰ ਪੈਣੇ ਹੈ। ਉਸ ਤੋਂ ਬਾਅਦ ਜਿਹੜੀ ਤੁਸੀਂ ਬਿਜਲੀ ਕੰਜ਼ਿਊਮ ਕਰੋਗੇ ਉਹਦੇ ਤੁਹਾਨੂੰ ਅਲੱਗ ਪੈਣਗੇ। ਉਹ ਬਾਈਫਰਕੇਟ ਕਰਤੇ ਹੈਗੇ ਆ, ਉਹ ਦੋਨੋਂ ਪਾਸੇ ਸਾਨੂੰ ਜਿਹੜੀ ਮਾਰ ਪੈਣ ਲੱਗ ਗਈ ਹੈ ਜੀ। ਸੋ ਤੁਸੀਂ ਸਾਰੇ ਜਿਹੜੇ ਹੈਗੇ ਨੇ ਇਹਦੇ ਵਿੱਚ ਆਖਿਆ ਕਿ ਕਿੰਨਾ ਸਮਾਂ, ਜੇ ਆਪਾਂ ਆਖੀਏ ਕਿ ਹਜੇ ਵੀ ਲੋਕ ਡਰੇ ਹੋਏ ਨੇ, ਗਵਰਨਮੈਂਟ ਨੇ 200 ਤੱਕ ਦਾ ਜਿਹੜਾ ਤੁਹਾਨੂੰ ਅਲਾਓ ਕਰ ਦਿੱਤਾ, ਇਨਡੋਰ 100, 200 ਆਊਟਡੋਰ, ਕੀ ਲੱਗਦਾ ਕਿ ਇਹਦੇ ਨਾਲ ਕੁਝ ਇੰਡਸਟਰੀ ਕਦਮ ਪੁੱਟ ਸਕੇਗੀ, ਥੋੜ੍ਹਾ ਮੋਟਾ ਸਾਹ ਆਉਣ ਲੱਗੂਗਾ? ਇਹਦੇ 'ਚ ਜਿਹੜਾ ਗਵਰਨਮੈਂਟ ਨੇ ਗੈਦਰਿੰਗ ਨੂੰ ਲੈ ਕੇ ਪਹਿਲਾਂ ਇੱਕ ਡਬਲ ਸਟੈਂਡਰਡ ਪਲੇ ਕੀਤਾ। ਜਿੱਥੇ ਤਾਂ ਸਾਡੇ ਇਹਨਾਂ ਦੀ ਆਪਣੀ ਟਰਾਂਸਪੋਰਟੇਸ਼ਨਾਂ ਆਪਣੀਆਂ ਸੀਗੀਆਂ ਸਰਕਾਰ ਦੀਆਂ, ਉੱਥੇ ਤਾਂ ਇਹਨਾਂ ਨੇ ਹਾਫ ਆਫ ਦਾ ਕਪੈਸਿਟੀ ਜਿਹੜਾ ਅਲਾਓ ਕਰਤਾ। ਜੇ ਬੱਸ 'ਚ ਕਹਿੰਦੇ 60 ਆਦਮੀ ਬੈਠਦੇ ਆ ਅਤੇ ਤੁਹਾਡੇ 30 ਆਦਮੀ ਬੈਠ ਜਾਣਗੇ। ਕਿ ਜਿਹੜਾ ਸਾਡਾ 1000 ਆਦਮੀ ਦਾ ਰਿਜ਼ੋਰਟ ਹੈ, 2000 ਆਦਮੀ ਦਾ ਰਿਜ਼ੋਰਟ ਹੈ, ਉੱਥੇ ਸਾਨੂੰ ਗੈਦਰਿੰਗ 10 ਬੰਦਿਆਂ ਦੀ ਅਲਾਓ ਕੀਤੀ ਗਈ। ਮਤਲਬ ਇਹ ਇਹਨਾਂ ਦੇ ਜਿਹੜੇ ਐਡਵਾਈਜ਼ਰ ਹੈ ਹਜੇ ਅਨਮੋਲ ਰਤਨ ਬੈਠੇ ਵੀ ਇੱਕ 2000 ਬੰਦੇ ਦਾ ਹਾਲ ਹੈ, 1000 ਬੰਦੇ ਦਾ ਹਾਲ ਹੈ, ਉੱਥੇ ਤਾਂ 10 ਬੰਦੇ ਬੈਠਣਗੇ। ਬਾਕੀ ਟਰਾਂਸਪੋਰਟ 'ਚ 30 ਬੰਦੇ ਬੈਠ ਸਕਦੇ, ਹਾਫ ਆਫ ਦਾ ਕਪੈਸਿਟੀ। ਜੇ ਤੁਸੀਂ ਹਾਫ ਆਫ ਦਾ ਕਪੈਸਿਟੀ ਅਲਾਓ ਕਰਨਗੇ, ਸਾਡੇ ਵੀ ਕਰੋ ਇਨਫਰਾਸਟਰਕਚਰ। ਹਾਲਾਂਕਿ ਜਿਹੜਾ ਅਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਜਿਹੜੀਆਂ ਇਹਦੇ ਜਿਹੜੇ ਜਿੰਨੇ ਵੀ ਆਪਣਾ ਗਾਈਡਲਾਈਨ ਸੀਗੀਆਂ SOP ਸੀ, ਅਸੀਂ ਪ੍ਰੋਪਰ ਫੋਲੋ ਕਰ ਰਹੇ ਸੀ। ਅਸੀਂ ਇਹਨਾਂ ਨੂੰ ਕਿਹਾ ਸਾਡੇ ਲਾਈਵ ਕੈਮਰੇ ਲੱਗੇ, ਤੁਸੀਂ ਦੇਖੋ ਤਾਂ ਅਸੀਂ ਕਿਸ ਤਰ੍ਹਾਂ ਗਾਈਡਲਾਈਨ ਨੂੰ ਫੋਲੋ ਕਰ ਰਹੇ ਹਾਂ। ਉਹ ਤੁਸੀਂ ਆਪਣਾ ਚੈੱਕ ਕਰੋ, ਤੁਸੀਂ ਬੱਸ ਦੇ ਵਿੱਚ ਚੈੱਕ ਕਰੋ ਵੀ ਉੱਥੇ ਕਿੰਨੇ ਪੈਸੇਂਜਰ ਜਾ ਰਹੇ ਹੈਗੇ ਆ। ਪਰ ਗਵਰਨਮੈਂਟ ਨੇ ਇਸ ਚੀਜ਼ ਸਮਝਣ ਨੂੰ ਤਿਆਰ ਨਹੀਂ ਹੈਗੀ ਹੈ। ਕਿਤੇ ਨਾ ਕਿਤੇ ਚਲੋ ਇਹਨਾਂ ਨੇ ਸਟਾਰਟ ਕੀਤਾ ਹੈਗਾ, ਬਟ ਉਹ ਦੇਰ ਆਏ ਦਰੁਸਤ ਆਏ। ਅਤੇ ਇਹਨਾਂ ਨੇ ਹੁਣ ਇੰਡੋਰ ਜਿਹੜਾ ਹੈਗਾ 100 ਅਲਾਓ ਕੀਤਾ ਹੈਗਾ, ਅਤੇ ਬਾਹਰ ਦੇ ਵਿੱਚ ਇਹਨਾਂ ਨੇ 200 ਬੰਦਿਆਂ ਦਾ ਅਲਾਓ ਕੀਤਾ ਹੈਗਾ। ਅਸੀਂ ਤਾਂ ਸਰਕਾਰ ਨੂੰ ਹੁਣ ਵੀ ਇਹੀ ਕਹਿਣਾ ਚਾਹਾਂਗੇ, ਹਾਫ ਆਫ ਦਾ ਕਪੈਸਿਟੀ ਨਾਲ ਜਿਹੜਾ ਸਾਨੂੰ ਵੀ ਹੁਣ ਵੀ ਅਲਾਓ ਕਰਨਾ ਚਾਹੀਦਾ ਸੀ ਜੀ। ਸਾਡੇ ਨਾਲ ਹੋਰ ਵੀ ਸੱਜਣ ਮਿੱਤਰ ਨੇ। ਕੀ ਨਾਂ ਜੀ ਤੁਹਾਡਾ? ਸੌਰਵ ਜੀ, ਤੁਸੀਂ ਸਟੈਲਾ ਹੋਟਲ ਨੂੰ ਇੱਥੇ ਰਨ ਕਰਦੇ ਹੋ। ਰਿਜ਼ੋਰਟ ਦੀ ਤਾਂ ਮੰਨ ਲਿਆ ਕਿ ਉਹਨਾਂ ਕੋਲ ਬਾਹਰ ਕੈਪੈਸਿਟੀ ਹੈ, ਕਿਉਂਕਿ ਹੋਟਲ ਇੰਡਸਟਰੀ ਵੀ ਜਿਹੜੀ ਇਕੱਲੇ ਰੂਮਸ 'ਤੇ ਨਹੀਂ ਚੱਲਦੀ, ਉਹਨੂੰ ਵੀ ਬੈਂਕਟ ਹਾਲ ਅਤੇ ਫੂਡ ਨਾਲ ਹੀ ਚੱਲਣਾ ਪੈਂਦਾ। ਤੁਸੀਂ ਇਹ ਜਿਹੀਆਂ ਸਥਿਤੀਆਂ ਦੇ ਵਿੱਚ ਪਿਛਲਾ 1-1.5 ਸਾਲ ਕਿਸ ਤਰ੍ਹਾਂ ਕੱਟਿਆ, ਅਤੇ ਅੱਗੇ ਜਿਵੇਂ ਪਾਲਿਸੀਜ਼ ਆਈਆਂ ਤੁਸੀਂ ਕਿਸ ਤਰ੍ਹਾਂ, ਕੀ ਲੱਗਦਾ ਕਿ ਸਰਵਾਈਵ ਕਰ ਲਓਗੇ? ਐਕਚੁਅਲ ਜੇ ਤਾਂ ਚੀਜ਼ਾਂ ਅੱਗੇ ਜਾ ਕੇ ਖੁੱਲ੍ਹਦੀਆਂ ਰਹਿੰਦੀਆਂ ਫਿਰ ਤਾਂ ਈਜ਼ ਹੈ ਕਿ ਖੁੱਲ੍ਹ ਜਾਏਗਾ। ਬਟ ਜੋ 1.5 ਸਾਲ ਸਾਡੇ ਨਾਲ ਕੀਤਾ ਗਿਆ ਹੈ, ਮਤਲਬ ਨਾ ਤਾਂ ਬੈਂਕਟ ਹਾਲ ਖੋਲ੍ਹਣ ਦੀ ਪਰਮਿਸ਼ਨਸ ਮਿਲੀ, ਨਾ ਰੈਸਟੋਰੈਂਟਸ ਖੋਲ੍ਹ ਦਿੱਤੇ ਗਏ। ਫਿਰ 20 ਬੰਦਿਆਂ ਦੇ ਆਪਾਂ ਫੰਕਸ਼ਨਸ ਕਰ ਰਹੇ ਹਾਂ, ਤਾਂ 20 ਬੰਦਿਆਂ ਦੇ ਫੰਕਸ਼ਨਸ ਏਡੇ ਹਾਲ 'ਚ ਇੰਨੇ AC ਲੱਗੇ ਨੇ, ਹੋਰ ਲੱਗੇ ਨੇ, ਤਾਂ ਕੋਸਟ ਬਹੁਤ ਜ਼ਿਆਦਾ ਹੈ। ਅਤੇ ਨਾ ਤਾਂ ਮਤਲਬ ਜੋ ਕਸਟਮਰ ਹੈ ਉਹ ਪੇ ਅਪ ਕਰ ਪਾਏਗਾ ਇੰਨੀਆਂ ਕੋਸਟ ਨੂੰ। ਅਸੀਂ ਕਹੀਏ ਕਿ 20 ਬੰਦੇ ਦਾ ਇੰਨਾ ਬਿੱਲ ਬਣ ਜਾਏਗਾ ਜਾਂ ਹੋਰ ਬਣ ਜਾਏਗਾ, ਤਾਂ ਕੋਈ ਕਲਾਇੰਟ ਨਹੀਂ ਪੇ ਕਰੇਗਾ। ਉਹ ਕਹੇਗਾ ਰਸਤਾ ਤਾਂ ਮਤਲਬ ਕਿਤੇ ਹੋਰ ਫੰਕਸ਼ਨ ਕਰ ਸਕਦੇ ਹਾਂ ਜਾਂ ਹੋਰ ਕਰ ਸਕਦੇ ਹਾਂ, ਮਤਲਬ ਇੰਨਾ ਬਿੱਲ ਨਹੀਂ ਪੇ ਕਰ ਸਕਦੇ। ਤਾਂ ਓਵਰਆਲ ਸਾਡਾ ਜਿਹੜਾ ਪਾਵਰ ਟੈਰਿਫ ਹੋ ਗਿਆ, ਇਨੀਸ਼ੀਅਲ ਕੋਸਟਸ ਹੋ ਗਈਆਂ, ਜਾਂ ਮਤਲਬ ਜਿਵੇਂ ਹੁਣ ਹੋਟਲਸ ਹੈ ਤਾਂ ਘੱਟੋ ਘੱਟ 15-20 ਬੰਦਿਆਂ ਦਾ ਸਟਾਫ ਉਹਨੂੰ ਮੇਨਟੇਨ ਕਰਨ ਵਾਸਤੇ ਚਾਹੀਦਾ ਹੈ। ਰੈਗੂਲਰ ਸਾਫ ਸਫਾਈ ਹੋਣੀ ਆ, ਉਹਦੀ AC ਦੀ ਸਰਵਿਸਿਜ਼ ਹੋ ਗਈ, ਜਾਂ ਹੋਰ ਕੋਈ ਵੀ ਪ੍ਰੋਡਕਟਸ ਆਪਣੇ ਉਹਨਾਂ ਦੀ ਸਾਂਭ ਸੰਭਾਈ ਹੋ ਗਈ, ਜਾਂ ਜੋ ਸਟੋਰ 'ਚ ਆਪਣਾ ਸਟਾਕਸ ਹੀ ਪਏ ਆ ਜਾਂ ਹੋਰ ਪਏ ਆ ਉਹ ਐਕਸਪਾਇਰ ਹੋ ਜਾਂਦੇ ਆ ਜਾਂ ਹੋ ਜਾਂਦੇ ਆ, ਤਾਂ ਉਹ ਸਾਰਾ ਕੋਸਟ ਆਪਣਾ ਕਰਕੇ ਸਾਡਾ ਮਤਲਬ ਖਰਚਾ ਨਹੀਂ ਨਿਕਲ ਪਾਉਂਦਾ ਇਹਨਾਂ ਚੀਜ਼ਾਂ ਦਾ। ਜੀ ਬਿਲਕੁਲ, ਤੁਸੀਂ ਗੱਲ ਕੀਤੀ ਹੈ ਸਟਾਕਸ ਦੀ। ਸਾਡੇ ਨਾਲ ਮੈਲੋਡੀ ਹੋਟਲ ਤੋਂ ਵੀ ਸੱਜਣ ਮਿੱਤਰ ਨੇ, ਇਹਨਾਂ ਨੇ ਗੱਲ ਕੀਤੀ ਹੈ ਸਟਾਕ ਦੀ, ਰੈਸਟੋਰੈਂਟਸ ਦੀ ਅਤੇ ਪਲੱਸ ਸਟਾਫ ਦੀ। ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਾਂਗਾ ਕਿ ਜਿਹੜਾ ਸਟਾਫ ਹੈ ਬੇਸਿਕਲੀ ਸਕਿਲਡ ਦੀ ਜ਼ਰੂਰਤ ਹੁੰਦੀ ਹੈ, ਤੁਹਾਨੂੰ ਸਟਾਫ ਦੀ ਹੁਣ ਕੀ ਪ੍ਰੋਬਲਮ? ਕਿਉਂਕਿ ਲੋਕਡਾਊਨ 'ਚ ਤਾਂ ਕਈ ਘਰਾਂ ਨੂੰ ਵਾਪਸ ਚਲੇ ਗਏ ਸੀ। ਕੀ ਤੁਸੀਂ ਆਪਣੇ ਸਟਾਫ ਨੂੰ ਡਿਊਰਿੰਗ ਲੋਕਡਾਊਨ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ? ਕਿੰਨੀ ਕੁ ਦੇਰ ਤੁਸੀਂ ਉਹਨਾਂ ਨੂੰ ਰੋਕਿਆ? ਕਦੋਂ ਚਲੇ ਗਏ? ਹੁਣ ਤੁਹਾਨੂੰ ਕੀ ਮੁਸ਼ਕਿਲ ਆ ਰਹੀ? ਦੇਖੋ ਜੀ, ਸਕਿਲਡ ਸਟਾਫ ਮਿਲਣਾ ਬਹੁਤ ਮੁਸ਼ਕਿਲ ਹੈ। ਕੋਈ ਵੀ ਸਕਿਲਡ ਸਟਾਫ ਇੱਕ ਵਾਰੀ ਜਿਹੜਾ ਘਰੇ ਚਲਾ ਜਾਂਦਾ ਹੈ, ਉਹ ਵਾਪਸ ਲਾਉਣਾ ਬੜਾ ਮੁਸ਼ਕਿਲ ਹੈ ਉਹਨੂੰ। ਫਿਰ ਵੀ ਅਸੀਂ ਕੁਛ ਸਕਿਲਡ ਸਟਾਫ ਨੂੰ ਆਪਣੇ ਕੋਲੇ ਰੱਖਿਆ, ਕਿਉਂਕਿ ਸਾਡੇ ਕੋਲੇ ਛੋਟੇ ਮੋਟੇ 10 ਬੰਦਿਆਂ ਦੇ 20 ਬੰਦਿਆਂ ਦੇ ਫੰਕਸ਼ਨ ਚੱਲੀ ਗਏ। ਫਿਰ ਵੀ ਉਹਨਾਂ ਦੀ ਹੈਫਟੀ ਸੈਲਰੀਆਂ ਸਾਨੂੰ ਦੇਣੀਆਂ ਪਈਆਂ, ਕਿਉਂਕਿ ਸਟਾਫ ਨੂੰ ਅਸੀਂ ਐਂ ਨਹੀਂ ਕਹਿ ਸਕਦੇ ਕਿ ਤੁਸੀਂ ਬੈਠੋ ਕਿ ਅਸੀਂ ਤੁਹਾਨੂੰ ਸੈਲਰੀਆਂ ਨਹੀਂ ਦਿੰਦੇ। ਉਹਨਾਂ ਨੂੰ ਸਾਨੂੰ ਸੈਲਰੀਆਂ ਵੀ ਦੇਣੀਆਂ ਪਈਆਂ, ਉਹਨਾਂ ਦਾ ਰੋਜ਼ ਦਾ ਖਾਣਾ ਪੀਣਾ ਵੀ ਕਰਨਾ ਪਿਆ, ਉਹਨਾਂ ਦਾ ਰੋਜ਼ ਦਾ ਅਕੋਮੋਡੇਸ਼ਨ, ਮਤਲਬ ਸਾਰਾ ਕੁਝ ਜੋ ਵੀ ਸਾਡੇ ਉਹਨਾਂ ਦੇ ਖਰਚੇ ਨੇ ਸਾਨੂੰ ਦੇਣੇ ਹੀ ਪਏ। ਜੀ ਵਰੁਣ ਜੀ, ਤੁਸੀਂ ਚਲਾਉਂਦੇ ਹੋ ਰਿਜ਼ੋਰਟ ਕੁਈਨਜ਼ਲੈਂਡ। ਜਿਹੜਾ ਰਿਜ਼ੋਰਟ ਹੈਗਾ, ਖਾਸ ਕਰਕੇ ਮੈਰਿਜ ਪੈਲੇਸਿਸ ਨੇ ਜਿਹੜੇ, ਉਹਨਾਂ ਦੇ ਵਿੱਚ ਸਭ ਤੋਂ ਵੱਡਾ ਹੁੰਦਾ ਲੋਨ ਦੀ ਮੇਨਟੇਨੈਂਸ। ਦੂਸਰੀਆਂ ਗੱਲਾਂ ਠੀਕ ਹੈ, ਕਿਉਂਕਿ ਬਾਹਰੋਂ ਜਿਹੜਾ ਹੈਗਾ, ਜਿਹੜੀ ਆਊਟਲੁੱਕ ਹੈ ਉਹ ਬੜੀ ਇੰਪਰੈਸ ਕਰਦੀ ਹੈ। ਇਸ ਲੋਕਡਾਊਨ ਦੇ ਵਿੱਚ ਮੈਂ ਇਹ ਗੱਲ ਕਹਾਂਗਾ ਕਿ ਬਿਜਲੀ ਦੇ ਬਿੱਲ ਵੀ ਆ ਗਏ, ਸਾਰੇ ਆ ਗਏ। ਇਹ ਵੀ ਇੱਕ ਬਹੁਤ ਵੱਡੀ ਜਿਹਨੂੰ ਆਪਾਂ ਕਹਿੰਦੇ ਚੁਣੌਤੀ ਸੀਗੀ ਕਿ ਉਹਨੂੰ ਮੇਨਟੇਨ ਕਰਕੇ ਰੱਖਣਾ। ਕਹਿੰਦੇ ਕਿ ਹਾਥੀ ਸੀਗਾ ਉਹ ਚਿੱਟਾ ਬਣ ਗਿਆ। ਜੀ ਬਿਲਕੁਲ ਸਰ,
ਚਿੱਟਾ ਹਾਥੀ ਬਣ ਗਿਆ ਜੀ, ਕਿਉਂਕਿ ਸਟਾਫ ਦੇ ਜਿੰਨੇ ਵੀ ਬੰਦੇ ਆਪਾਂ ਰੱਖੇ ਹੋਏ ਹੁੰਦੇ ਇੰਨੇ ਟਾਈਮ ਤੋਂ ਰਹਿ ਰਹੇ ਹੁੰਦੇ ਆ, ਉਹ ਤੁਹਾਡੇ ਕੋਲ ਇੱਕ ਫੈਮਿਲੀ ਦਾ ਪਾਰਟ ਹੀ ਬਣ ਜਾਂਦੇ ਆ। ਉਹਨਾਂ ਨੂੰ ਤੁਸੀਂ ਬਾਹਰ ਵੀ ਨਹੀਂ ਕੱਢ ਸਕਦੇ, ਅਤੇ ਆਪਾਂ ਆਪਣੀ ਪ੍ਰੋਪਰਟੀ ਨੂੰ ਐਟ ਦਾ ਸੇਮ ਟਾਈਮ ਮੈਨੇਜ ਵੀ ਕਰਕੇ ਰੱਖਣਾ, ਮੇਨਟੇਨ ਵੀ ਕਰਕੇ ਰੱਖਣਾ। ਵੀ ਆਪਾਂ ਹੁਣ ਚਲੋ ਪਰਮਾਤਮਾ ਦੀ ਕਿਰਪਾ ਨਾਲ ਖੁੱਲ੍ਹੇ ਹੈ ਜੀ, ਤਾਂ ਉਹ ਅਸੀਂ ਉਹਨੂੰ ਮੈਨੇਜ ਕਰਕੇ ਮੇਨਟੇਨ ਕਰਕੇ ਰੱਖਿਆ, ਤਾਂ ਹੀ ਵੀ ਆਰ ਇਨ ਅ ਪੋਜੀਸ਼ਨ ਟੂ ਰਨ ਇਟ। ਜੇ ਅਸੀਂ ਉਹਨਾਂ ਨੂੰ ਨਾ ਮੇਨਟੇਨ ਕਰਦੇ, ਨਾ 1.5 ਸਾਲ ਸੈਲਰੀਜ਼ ਪੇ ਕਰਦੇ, ਤਾਂ ਅੱਜ ਸਾਨੂੰ ਉਹ ਦੁਬਾਰਾ ਤੋਂ ਚਲਾਣੇ ਯੂਨਿਟ ਮੁਸ਼ਕਿਲ ਹੋ ਜਾਂਦੇ। ਸੋ ਡੈਫੀਨੇਟਲੀ ਜਿੱਥੇ ਚਲੋ ਨੁਕਸਾਨ ਤਾਂ ਹੋਈ ਹੈ, ਪਰ ਪੁਰਾਣੇ ਟਾਈਮਾਂ 'ਚ ਅਸੀਂ ਠੀਕ ਹੈ ਕਮਾਈ ਵੀ ਕੀਤੀ ਵੀ ਹੈ। ਹੁਣ ਰੱਬ ਨੇ ਮਾੜਾ ਟਾਈਮ ਲਿਆਂਦਾ ਤਾਂ ਉਹ ਮਾੜੇ ਟਾਈਮ ਨੂੰ ਹੱਸ ਕੇ ਪਾਰ ਕਰਨਾ ਚਾਹੀਦਾ ਹੀ ਹੈ, ਮੈਂ ਤਾਂ ਇਹ ਕਹੂੰਗਾ ਜੀ। ਜੀ ਤੁਸੀਂ ਕਿਹੜੇ? ਸਰ ਮੈਂ ਸਿਕੰਦਰ, ਹੋਟਲ ਆਸ਼ਿਆਨਾ ਬਠਿੰਡਾ ਤੋਂ ਜੀ। ਸਿਕੰਦਰ ਜੀ, ਨਾਰਮਲੀ ਆਪਾਂ ਗੱਲ ਕਰਦੇ ਹਾਂ ਕਿ ਵੱਡੇ ਤਾਂ ਸਰਵਾਈਵ, ਵੱਡਿਆਂ ਦੇ ਵੱਡੇ ਖਰਚੇ ਹੁੰਦੇ, ਛੋਟਿਆਂ ਦੇ ਛੋਟੇ ਖਰਚੇ ਹੁੰਦੇ। ਛੋਟੇ ਜਿਹੜੇ ਹੋਟਲ ਵਾਲੇ ਜਿਹੜੇ ਨੇ ਕਿਸ ਤਰ੍ਹਾਂ ਸਰਵਾਈਵ ਕੀਤਾ, ਅਤੇ ਜਿਹੜੀ ਹੁਣ ਤੁਹਾਡੀ ਆਕੂਪੈਂਸੀ ਹੈਗੀ ਉਹ ਕਿੱਥੋਂ ਤੱਕ ਰਹੀ ਹੈ ਇਸ ਤਰ੍ਹਾਂ? ਸਰ ਜੇ ਆਪਾਂ ਛੋਟੇ ਹੋਟਲਸ ਦੀ ਗੱਲ ਕਰੀਏ, ਵੀ ਹੋਟਲ ਇੰਡਸਟਰੀ ਆਲਮੋਸਟ 1.5 ਸਾਲ ਤੋਂ ਬੰਦ ਹੀ ਪਈ ਹੈ, ਅਤੇ ਮਤਲਬ ਪਿਛਲੇ 1.5 ਸਾਲ ਤੋਂ ਤਾਂ ਵੈਸੇ ਕੋਈ ਕੰਮ ਹੈ ਹੀ ਨਹੀਂ ਸੀ, ਛੋਟੇ ਹੋਟਲਸ ਲਾਈਏ ਚਾਹੇ ਵੱਡੇ ਲਾਈਏ। ਹੁਣ ਥੋੜ੍ਹਾ ਬਹੁਤ ਖੁੱਲ੍ਹਣਾ ਸਟਾਰਟ ਹੋਇਆ, ਪਰ ਹਜੇ ਵੀ ਨਾ ਲੋਕਾਂ ਦੇ ਮਨ 'ਚ ਇੱਕ ਡਰ ਹੈ। ਆਕੂਪੈਂਸੀ 30-40% ਤੋਂ ਜ਼ਿਆਦਾ ਨਹੀਂ ਹੈ, ਅਤੇ ਮਤਲਬ ਡਰ ਇਹ ਹੈ ਵੀ ਥਰਡ ਵੇਵ ਨਾ ਆ ਜੇ, ਜਾਂ ਹਜੇ ਪੁਰਾਣਾ ਵੀ ਹਜੇ ਕਲੀਅਰ ਨਹੀਂ ਹੋਇਆ। ਐਕਚੁਅਲੀ ਹਜੇ ਵੀ ਥੋੜ੍ਹਾ ਬਹੁਤ ਕਰੋਨਾ ਦੇ ਕੇਸਿਸ ਆ ਰਹੇ, ਇਸ ਕਰਕੇ ਲੋਕਾਂ ਦੇ ਮਨ 'ਚ ਡਰ ਹੈ, ਉਹਦੇ ਨਾਲ ਸਾਡਾ ਵੀ ਬਹੁਤ ਨੁਕਸਾਨ ਹੋ ਰਿਹਾ। ਜੇ ਆਪਾਂ ਗੱਲ ਕਰੀਏ, ਤੁਸੀਂ ਆਪਾਂ ਆਮ ਲੋਕਾਂ ਨਾਲ ਵੀ ਗੱਲ ਕਰਕੇ ਦੇਖੀਏ, ਕਿਸੇ ਨਾਲ ਵੀ ਆਪਾਂ ਗੱਲ ਕਰੀਏ, ਉਹ ਹਰੇਕ ਬੰਦਾ ਇਹੀ ਗੱਲ ਕਹਿੰਦਾ ਯਾਰ ਹੋਟਲ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈ। ਪਰ ਸਰਕਾਰਾਂ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ। ਸਰਕਾਰਾਂ ਕਹਿੰਦੀਆਂ ਅਸੀਂ ਆਹ ਪੈਕੇਜ ਰਿਲੀਜ਼ ਕਰਤਾ, ਅਸੀਂ ਆਹ ਪੈਕੇਜ ਰਿਲੀਜ਼ ਕਰਤਾ, ਪਰ ਹੋਟਲਸ ਨੂੰ 1.5 ਸਾਲ ਤੋਂ ਕੁਝ ਨਹੀਂ ਮਿਲਿਆ। ਅੱਜ ਅਸੀਂ ਦੇਖੀਏ ਪ੍ਰਾਈਵੇਟ ਬੈਂਕਸ ਵੀ ਇਹ ਪੋਲਿਸੀ ਲੈ ਕੇ ਆਏ ਹੈ, ਜਿਹੜੇ ਪ੍ਰਾਈਵੇਟ ਬੈਂਕਸ HDFC ICICI, ਤੁਸੀਂ ਉਹਨਾਂ ਨਾਲ ਗੱਲ ਕਰੋ, ਉਹ ਇਹ ਕਹਿੰਦੇ ਆ ਵੀ ਹੋਟਲ ਇੰਡਸਟਰੀ ਨੂੰ ਕੋਈ ਲੋਨ ਨਹੀਂ ਮਿਲੂਗਾ। ਜੇ ਤੁਹਾਡੀ ਇਨਕਮ ਹੋਟਲ ਇੰਡਸਟਰੀ ਦੀ ਹੈ, ਤੁਸੀਂ ਅੱਜ ਲੋਨ ਅਪਲਾਈ ਕਰਨਾ, ਤੁਹਾਨੂੰ ਲੋਨ ਨਹੀਂ ਮਿਲਦਾ। ਜਦੋਂ ਬੈਂਕਸ ਇਸ ਗੱਲ ਨੂੰ ਸਮਝਦੇ ਵੀ ਹੋਟਲ ਇੰਡਸਟਰੀ 1.5 ਸਾਲ ਤੋਂ ਬੰਦ ਪਈ ਹੈ, ਤਾਂ ਸਰਕਾਰਾਂ ਸਮਝਣ ਨੂੰ ਤਿਆਰ ਨਹੀਂ। ਸਾਨੂੰ ਇਹ ਗੱਲ ਸਮਝ ਨਹੀਂ ਆ ਰਹੀ। ਵਰਨ ਜੀ, ਸਰਵਾਈਵਲ ਕਿਵੇਂ ਹੋਊਗਾ? ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਹੋਟਲ ਇੰਡਸਟਰੀ ਨੂੰ ਲੋਨ ਮਿਲਣੇ ਬੰਦ ਹੋ ਗਏ, ਤੁਹਾਨੂੰ ਵੀ ਬੜੀ ਮੁਸ਼ਕਿਲ ਆਈ ਹੋਣੀ ਹੈ ਨਵੇਂ ਨੂੰ। ਕੀ ਚਾਹੁੰਦੇ ਕਿ ਸਰਕਾਰਾਂ ਜਿਹੜੀਆਂ ਉਹ ਕਿਸ ਤਰ੍ਹਾਂ ਤੁਹਾਨੂੰ? ਦੇਖੋ ਇਟ ਵਾਜ਼ ਟਫ ਟਾਈਮ ਜੀ, ਬੜਾ ਮੁਸ਼ਕਿਲ ਟਾਈਮ ਸੀ। ਸਰਕਾਰਾਂ ਦੀ ਵੀ ਇਹ ਮਜਬੂਰੀ ਸੀ ਜਾਂ ਐਡਵਾਈਜ਼ਰੀ ਸੀਗੀਆਂ ਵੀ ਬੰਦ ਰੱਖਣਾ ਹੈ, ਔਰ ਮੈਂ ਇਸ ਚੀਜ਼ ਨਾਲ ਸਹਿਮਤ ਹਾਂ ਵੀ ਚਲੋ ਬੰਦ ਰਹੇ। ਪਰ ਸਾਨੂੰ ਸਰਕਾਰਾਂ ਨੂੰ ਜੀ ਕੁਛ ਨਾ ਕੁਛ, ਜਿਵੇਂ ਕਿ ਫਿਕਸਡ ਚਾਰਜਿਸ ਦਾ ਸਪੈਸੀਫਿਕਲੀ ਹੈਗਾ, ਜਿਹੜੇ ਜਿਸ ਦੌਰਾਨ ਸਾਡੇ ਬੰਦ ਰਹੇ, ਉਹ ਮੈਂ ਮੰਗ ਕਰਦਾ ਸਾਡੀ ਐਸੋਸੀਏਸ਼ਨ ਦੇ ਬਿਹਾਫ 'ਤੇ ਵੀ ਜੇ ਕਿਤੇ ਪੋਸੀਬਿਲਿਟੀ ਹੈ ਤਾਂ ਸਾਨੂੰ ਜਿਹੜੇ ਫਿਕਸ ਚਾਰਜਿਸ ਪੈਂਦੇ ਰਹੇ ਆ ਉਹ ਸਾਡੇ ਵੇਵ ਆਫ ਹੋਣੇ ਚਾਹੀਦੇ ਆ। ਸਾਡੇ ਫਿਊਚਰ ਬਿਲਸ 'ਚ ਐਡਜਸਟ ਕਰਨਾ ਚਾਹੀਦਾ ਉਸ ਨੂੰ। ਸਰਕਾਰ ਤੋਂ ਸਾਨੂੰ ਇੱਕ ਬਹੁਤ ਵੱਡਾ ਰਿਲੀਫ ਮਿਲੇਗਾ। ਅਤੇ ਇੱਕ ਸਾਡੇ ਜਿੰਨਾ ਟਾਈਮ ਬੰਦ ਰਹੇ ਹੈ ਜੀ ਰਿਜ਼ੋਰਟਸ, ਕੋਈ ਸਾਡੀਆਂ ਲਾਇਸੈਂਸ ਫੀਸਿਸ ਹੈ ਜਾਂ ਹੋਰ, ਉਹਨਾਂ 'ਤੇ ਜਿੰਨਾ ਕੁ ਸਾਨੂੰ ਰਿਬੇਟ ਮਿਲ ਸਕੇ ਤਾਂ ਉਹ ਬੜਾ ਹੀ ਇੱਕ ਸਰਕਾਰ ਦਾ ਪੋਜ਼ੀਟਿਵ ਸਾਨੂੰ ਚੀਜ਼ ਹੋ ਜਾਏਗੀ, ਸਪੋਰਟ ਹੋ ਜਾਏਗੀ ਸਰਕਾਰ ਦੀ। ਓਵਰਆਲ ਅਬਰੋਡ ਵੀ ਆਪਾਂ ਦੇਖਿਆ ਤਾਂ ਫੋਰਨ ਕੰਟਰੀਜ਼ ਵੀ, ਆਲਦੋ ਇੰਡੀਆ ਇਜ਼ ਅ ਡਿਵੈਲਪਿੰਗ ਇਕੋਨਮੀ, ਜਾਂ ਕਹਿ ਲਓ ਆਪਣੀ ਇਕੋਨਮੀ ਥੋੜ੍ਹੀ ਜਿਹੀ ਡਾਊਨ ਸਾਈਡ 'ਤੇ ਹੈ। ਬਾਹਰਲੇ ਕੰਟਰੀਜ਼ ਨੇ ਤਾਂ ਆਪਦੇ ਈਵਨ ਕਿ ਪ੍ਰਾਈਵੇਟ ਜਿਹੜੇ ਲੋਕਲਸ ਵੀ ਹੈਗੇ ਆ, ਉਹਨਾਂ ਦੇ ਵੀ ਅਕਾਊਂਟਸ 'ਚ ਪੈਸੇ ਪਾਏ ਨੇ ਬਈ ਇਹ ਖੁਸ਼ੀ ਨਾਲ ਰਹਿਣ, ਡਿਪਰੈਸ਼ਨ 'ਚ ਨਾ ਜਾਣ ਬਈ ਕੰਮ ਬੰਦ ਹੈ ਜਾਂ ਹੋਰ ਹੈ। ਅਤੇ ਬਿਜ਼ਨਸ ਸਾਨੂੰ, ਜਿਵੇਂ ਸਿਕੰਦਰ ਨੇ ਕਿਹਾ ਕਿ ਬਈ ਸਾਨੂੰ ਕੋਈ ਨਾ ਕੋਈ ਸ਼ਾਮ ਨੂੰ ਕਹਿ ਦਿੰਦਾ ਮਿਲ ਕੇ ਵੀ ਹੋਟਲ ਇੰਡਸਟਰੀ ਵਾਲੇ ਤਾਂ ਜਮਾਂ ਹੀ ਪੱਟੇ ਗਏ ਜਾਂ ਕੰਮ ਬੰਦ ਹੈ। ਉਹ ਸਾਡੇ 'ਤੇ ਡਿਪਰੈਸ਼ਨ ਵੀ ਲਿਆਉਂਦੀ ਸੀ ਉਹ ਚੀਜ਼, ਬਈ ਯਾਰ ਆਪਾਂ ਨੂੰ ਲੋਕ ਇਹ ਕਹਿੰਦੇ ਆ, ਬਟ ਸਟਿਲ ਯੂ ਹੈਵ ਟੂ ਸਰਵਾਈਵ ਵਾਟ ਐਵਰ ਦਾ ਥਿੰਗਸ ਆਰ। ਅਤੇ ਮੈਂ ਇਹੀ ਕਹਿੰਦਾ ਬਈ ਸਰਕਾਰ ਜੋ ਵੀ ਸਾਨੂੰ ਕੰਪਨਸੇਟ ਕਿਸੇ ਵੀ ਸ਼ੇਪ 'ਚ ਕਰ ਸਕਦੀ ਹੈ, ਤਾਂ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਨੂੰ ਕਰਨਾ ਚਾਹੀਦਾ ਇਸ ਬਿਜ਼ਨਸ ਜੀ। ਸੋ ਬਿਲਕੁਲ ਰੇਡੀਓ ਪੰਜਾਬ ਟੂਡੇ ਵੱਲੋਂ ਵੱਖ-ਵੱਖ ਇੰਡਸਟਰੀ ਨਾਲ ਜੁੜੇ ਹੋਏ ਲੋਕਾਂ ਨਾਲ ਗੱਲਬਾਤ ਕੀਤੀ ਹੈ। ਅੱਜ ਹੋਟਲ ਇੰਡਸਟਰੀ ਦੇ ਕੁਝ ਨੁਮਾਇੰਦਿਆਂ ਨਾਲ ਗੱਲਬਾਤ ਹੋਈ ਹੈ। ਸਭ ਤੋਂ ਵੱਡੀ ਮੁਸ਼ਕਿਲ ਜਿਹੜੀ ਮੈਨੂੰ ਇੱਥੇ ਨਿਕਲ ਕੇ ਆ ਰਹੀ ਹੈ, ਪੈਸਾ ਜਿਹੜਾ ਹੈ ਉਹਦਾ ਘਾਟਾ ਪੂਰਾ ਹੋ ਜਾਂਦਾ, ਪਰ ਜਿਹੜਾ ਮੈਂਟਲ ਹੈਲਥ ਹੈ ਉਹਦਾ ਘਾਟਾ ਪੂਰਾ ਨਹੀਂ ਹੁੰਦਾ। ਕਰੋਨਾ ਨੇ ਜਿਹੜਾ ਸਭ ਤੋਂ ਵੱਡਾ ਜਿਹੜਾ ਇੱਕ ਕੰਮ ਕੀਤਾ ਕਿ ਆਰਥਿਕ ਤੌਰ 'ਤੇ, ਇਕਨੋਮਿਕਲੀ ਤਾਂ ਜਿੱਥੇ ਡਿਸਟਰੋਏ ਕੀਤਾ, ਉੱਥੇ ਮੈਂਟਲੀ ਵੀ ਪਾਪੂਲੇਸ਼ਨ ਨੂੰ ਬਹੁਤ ਵੱਡੇ ਪੱਧਰ 'ਤੇ ਡਿਸਟਰੋਏ ਕੀਤਾ। ਹੁਣ ਇਸ ਦੇ ਵਿੱਚੋਂ ਨਿਕਲਣ ਦੇ ਲਈ ਇੱਕ ਸੁਸਾਇਟੀ ਨੂੰ ਵੀ ਅੱਗੇ ਆਉਣਾ ਚਾਹੀਦਾ ਕਿ ਅਸੀਂ ਬਿਨਾਂ ਗੱਲ ਤੋਂ ਕਿਸੇ ਬੰਦੇ ਨੂੰ ਟੌਂਚ ਨਾ ਮਾਰੀਏ, ਹੋਰ ਨਾ ਕਰੀਏ। ਲੈਟ ਦਾ ਵਾਟਰ ਮੂਵ ਇਟਸ ਇਨ ਓਨ ਵੇ। ਸੋ ਚੱਲਣ ਦਿਓ, ਹੌਲੀ ਹੌਲੀ ਸਭ ਉੱਭਰ ਜਾਂਦੇ ਨੇ। ਫਿਲਹਾਲ ਇੰਨਾ ਹੀ ਮੈਨੂੰ ਸਵਰਨ ਸਿੰਘ ਦਾਨੇਵਾਲ ਨੂੰ ਦਿਓ ਇਜਾਜ਼ਤ।